ਜਦੋਂ ਹਿੰਦੂ ਰਾਸ਼ਟਰ ਦੀ ਮੰਗ ਹੁੰਦੀ ਹੈ ਉਹਨਾਂ ਤੇ ਕਿਸੇ ਤੇ ਵੀ ਕਾਰਵਾਈ ਨਹੀਂ ਹੁੰਦੀ, ਪਰ ਘੱਟ ਗਿਣਤੀਆਂ ਜਾਂ ਮਾਈਨੋਰਿਟੀਜ਼ ਦੇ ਉੱਤੇ NSA ਵਰਗੇ ਚਾਰजेस ਲਾ ਦਿੱਤੇ ਜਾਂਦੇ ਨੇ। ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਹ ਕਮੈਂਟ ਬੜਾ ਹੀ ਮਹੱਤਵਪੂਰਨ ਹੈ। ਸਾਰੀਆਂ ਜਿਹੜੀਆਂ ਵਾਰਦਾਤਾਂ ਸੀ ਜਾਂ ਘਟਨਾਵਾਂ ਹੋਈਆਂ ਇਹ ਗਲਤ ਤਰੀਕੇ ਦੇ ਨਾਲ ਹੋਈਆਂ, ਤੇ ਕਿਉਂਕਿ ਇੱਕ ਪੰਜਾਬ ਦੇ ਵਿੱਚ ਅਜਿਹੀ ਅਣਕਹੀ ਜਾਂ ਅਣਬਿਆਨੀ ਐਮਰਜੈਂਸੀ ਲੱਗੀ ਹੋਈ ਸੀ ਜਿਸ ਦੌਰ ਦੇ ਵਿੱਚ ਇਹਨਾਂ ਗੱਲਾਂ ਬਾਤਾਂ ਉੱਤੇ ਚਿੰਤਾ ਕਰਨ ਦਾ ਜਾਂ ਇਹਨਾਂ ਗੱਲਾਂ ਬਾਤਾਂ ਉੱਤੇ ਵਿਚਾਰ ਵਟਾਂਦਰਾ ਕਰਨ ਦਾ ਸਮਾਂ ਨਹੀਂ ਮਿਲਿਆ। ਖੁਦ ਵਾਰਿਸ ਪੰਜਾਬ ਦੇ ਦੀ ਪੂਰੀ ਲੀਡਰਸ਼ਿਪ ਇਸ ਵਕਤ ਜਾਂ ਤਾਂ ਜੇਲ੍ਹਾਂ ਦੇ ਵਿੱਚ ਡੱਕਦੀ ਗਈ ਹੈ ਜਾਂ ਉਸਦੇ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਇਸ ਵਕਤ ਭਗੌੜੇ ਚੱਲਦੇ ਪਏ ਨੇ। ਇਸ ਵਕਤ ਐਕਸਪੈਕਟੇਸ਼ਨ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਉੱਠੇ। ਅੰਮ੍ਰਿਤਪਾਲ ਦਾ ਨਾਂ ਤੇ ਜ਼ਿਕਰ ਉਹਨਾਂ ਨੇ ਘੱਟ ਕੀਤਾ ਹੈ। ਜਿਹੜਾ ਜ਼ਿਆਦਾ ਵੱਡਾ ਕੰਸਰਨ ਇਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਦਾ ਦਿਸ ਰਿਹਾ ਹੈ ਉਹ ਹੈ ਵੀ ਦੁਨੀਆ ਭਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਕਮਿਊਨਿਟੀ ਨੂੰ ਵਿਸ਼ੇਸ਼ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਹੈ। ਫਿਰ ਬੇਸ਼ੱਕ ਸਟੇਟ ਵੱਲੋਂ ਨਿਸ਼ਾਨਾ ਸਿੱਖ ਹੈਗੇ ਨੇ, ਕਮਿਊਨਿਟੀ ਹੈ ਜਾਂ ਨਹੀਂ ਹੈ, ਤੇ ਜੈਨੂਇਨ ਰਿਪੋਰਟਿੰਗ ਕਰ ਰਹੇ ਸੀ ਉਹਨਾਂ ਨੂੰ ਤਾਂ ਪੁਲਿਸ ਨੇ ਕਹਿ ਲਓ ਜਾਂ ਸਰਕਾਰ ਵੱਲੋਂ ਸਟੇਟ ਵੱਲੋਂ ਬੜਾ ਪ੍ਰੋਐਕਟਿਵ ਕਰਕੇ ਉਹਨਾਂ ਦੇ ਬਲੌਕ ਕਰ ਦਿੱਤੇ ਗਏ, ਉਹਨਾਂ ਦੇ ਪੇਜਿਸ ਬਲੌਕ ਕਰ ਦਿੱਤੇ ਗਏ, ਟਵਿੱਟਰ ਹੈਂਡਲਸ ਬਲੌਕ ਕਰ ਦਿੱਤੇ ਗਏ। ਤੇ ਹੁਣ ਇੱਥੇ ਘੇਰੇ 'ਚ ਜਾਂ ਇਲਜ਼ਾਮਾਂ 'ਚ ਆ ਰਹੀ ਹੈ ਨੈਸ਼ਨਲ ਮੀਡੀਆ। ਕੀ ਤੁਹਾਨੂੰ ਲੱਗਦਾ ਪੰਜਾਬ ਸਰਕਾਰ ਇਹ ਕਦਮ ਲੈ ਸਕਦੀ ਹੈ ਕਿ ਉਹਦੇ 'ਚ ਇੰਨੀ ਜਾਨ ਹੈ ਕਿ ਉਹ ਨੈਸ਼ਨਲ ਮੀਡੀਆ ਦੇ ਖਿਲਾਫ ਜਿਨ੍ਹਾਂ ਨੇ ਕਿਰਦਾਰਕੁਸ਼ੀ ਕੀਤੀ ਹੈ ਸਿੱਖ ਕਮਿਊਨਿਟੀ ਦੀ ਜਾਂ ਵੱਖ-ਵੱਖ ਤਰ੍ਹਾਂ ਦੇ ਦੋਸ਼ ਲਾਏ ਗਏ ਨੇ, ਟੈਗਿੰਗ ਕੀਤੀ ਗਈ ਹੈ, ਉਹਨਾਂ ਦੇ ਖਿਲਾਫ ਐਕਸ਼ਨ ਲੈ ਸਕੂਗੀ? ਮੀਡੀਆ ਇੱਕ ਦੇਸ਼ ਦੇ ਵਿੱਚ ਬੈਠਾ, ਇੱਕ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਤੇ ਇਹਨਾਂ ਦੀ ਸਰਕਾਰ ਦੀ ਗੋਦੀ ਦੇ ਵਿੱਚ ਵੀ ਮੀਡੀਆ ਬੈਠ ਕੇ ਕੰਮ ਕਰ ਰਿਹਾ। ਉਹ ਹੈ ਤਾਂ ਪੰਜਾਬ ਦੀ ਹੀ ਪੱਤਰਕਾਰੀ ਹੈ, ਪੰਜਾਬ ਦੇ ਪੱਤਰਕਾਰ ਪੰਜਾਬ ਦੇ ਅਦਾਰੇ ਨੇ, ਲੇਕਿਨ ਉਹਨਾਂ ਦੀ ਭੂਮਿਕਾ ਕੀ ਹੈ? ਲੌਜੀਕਲ ਸਵਾਲ ਚੁੱਕਣਾ, ਕ੍ਰਿਟੀਕਲ ਸਵਾਲ ਚੁੱਕਣਾ ਅੱਜ ਉਹਨਾਂ ਨੂੰ ਬਿਲਕੁਲ ਭੁੱਲ ਚੁੱਕਾ ਹੈ। ਸੋ ਕਿਤੇ ਨਾ ਕਿਤੇ ਇਸ ਇਕੱਤਰਤਾ ਦੇ ਵਿੱਚ ਘੱਟੋ ਘੱਟ ਉਹਨਾਂ ਪੱਤਰਕਾਰਾਂ ਦੀ ਗੱਲ ਹੋਈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਥਕ ਇਕੱਠ ਬੁਲਾਇਆ ਗਿਆ ਸੀ ਤੇ ਉਸ ਮੀਟਿੰਗ ਦੇ ਅੰਦਰ ਵੱਡੇ ਫੈਸਲੇ ਲਏ ਗਏ ਨੇ। ਸਭ ਤੋਂ ਵੱਡਾ ਫੈਸਲਾ ਵੀ ਸਰਕਾਰ ਨੂੰ 24 ਘੰਟੇ ਮਿਲੇ ਨੇ, ਅਲਟੀਮੇਟਮ ਦਿੱਤਾ ਗਿਆ ਵੀ ਉਹ ਸਾਰੇ ਬੇਕਸੂਰ ਪੰਜਾਬੀ ਨੌਜਵਾਨਾਂ ਨੂੰ ਰਿਹਾ ਕੀਤਾ ਜਾਵੇ ਵੀ ਜਿਨ੍ਹਾਂ ਦੀ ਕੋਈ ਵੀ ਹਿੰਸਕ ਕਾਰਵਾਈ ਦੇ ਅੰਦਰ ਇਨਵੋਲਵਮੈਂਟ ਨਹੀਂ ਸੀ। ਦੂਜੇ ਪਾਸੇ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਵੀ NSA ਫੌਰੀ ਤੌਰ ਤੇ ਡ੍ਰੌਪ ਕਰਿਆ ਜਾਣਾ ਚਾਹੀਦਾ ਹੈ, ਜਿੰਨੇ ਵੀ NSA ਦੇ ਤਹਿਤ ਕੇਸ ਰਜਿਸਟਰ ਕੀਤੇ ਗਏ ਨੇ। ਅੱਜ ਇਸੀ ਮੀਟਿੰਗ ਦੀ ਕੀ ਅਹਿਮੀਅਤ ਹੈ, ਕਿਵੇਂ ਸਿਆਸਤ ਬਦਲੇਗੀ, ਉਸ ਦੇ ਬਾਰੇ ਗੱਲਬਾਤ ਕਰਾਂਗੇ। ਮੈਂ ਹਾਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਧਾਲੀਵਾਲ, ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਕੀ ਜੀ। ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, ਪੰਥਕ ਇਕੱਠ ਬੁਲਾਇਆ ਗਿਆ ਸੀ, ਅਹਿਮ ਫੈਸਲੇ ਲਏ ਗਏ ਨੇ, ਬਹੁਤ ਸਾਰੀਆਂ ਗੱਲਾਂ ਜਥੇਦਾਰ ਵੱਲੋਂ ਜਾਂ ਕਹਿ ਲਓ SGPC ਦੇ ਵੀ ਨੁਮਾਇੰਦਿਆਂ ਵੱਲੋਂ ਕਹੀਆਂ ਗਈਆਂ ਨੇ। ਉਹਨਾਂ ਨੇ ਕਿਹਾ ਜਦੋਂ ਹਿੰਦੂ ਰਾਸ਼ਟਰ ਦੀ ਮੰਗ ਹੁੰਦੀ ਹੈ ਉਹਨਾਂ ਤੇ ਕਿਸੇ ਤੇ ਵੀ ਕਾਰਵਾਈ ਨਹੀਂ ਹੁੰਦੀ, ਪਰ ਘੱਟ ਗਿਣਤੀਆਂ ਜਾਂ ਮਾਈਨੋਰਿਟੀਜ਼ ਦੇ ਉੱਤੇ NSA ਵਰਗੇ ਚਾਰजेस ਲਾ ਦਿੱਤੇ ਜਾਂਦੇ ਨੇ ਤੇ ਸਟੇਟ ਗਵਰਨਮੈਂਟ ਨਾਲ ਨੂੰ ਵੀ ਸਿੱਧੇ ਤੌਰ ਤੇ ਅਲਟੀਮੇਟਮ ਦਿੱਤਾ ਗਿਆ। ਇਹਦੇ ਕੀ ਮਾਇਨੇ ਨੇ, ਕਿਸ ਤਰ੍ਹਾਂ ਦੀ ਸਿਆਸਤ ਸ਼ੇਪ ਕਰ ਰਹੀ ਹੈ ਪੰਜਾਬ ਦੇ ਅੰਦਰ? ਦੇਖੋ ਜੀ, ਇਹ ਬੜੀ ਹੁਣ ਇੱਕ ਮਹੱਤਵਪੂਰਨ ਤੇ ਕ੍ਰਿਟੀਕਲ ਪੁਆਇੰਟ ਤੇ ਗੱਲਬਾਤ ਆ ਕੇ ਰੁਕ ਜਾਂਦੀ ਹੈ, ਕਿਉਂਕਿ ਇੱਕ ਪਾਸੇ ਤਾਂ ਅੰਮ੍ਰਿਤਪਾਲ ਪੂਰੇ ਦੇਸ਼ ਦੇ ਵਿੱਚ ਡਿਸਕ੍ਰੈਡਿਟ ਹੋ ਚੁੱਕਾ ਹੈ ਜਾਂ ਫਿਰ ਉਸਦੀ ਮੂਵਮੈਂਟ, ਉਸਦੇ ਸਮਰਥਕਾਂ ਨੂੰ ਇੱਕ ਬੜੀ ਵੱਖਰੀ ਰੌਸ਼ਨੀ ਦੇ ਵਿੱਚ ਦੇਖਿਆ ਤੇ ਦਰਸਾਇਆ ਜਾ ਰਿਹਾ ਹੈ। ਲੇਕਿਨ ਦੂਸਰੇ ਪਾਸੇ ਪੰਥਕ ਜਥੇਬੰਦੀਆਂ ਦਾ ਇਕੱਠਾ ਹੋਣਾ, ਕਿਉਂਕਿ ਇਹ ਸੁਖਬੁਗਾਹਟ ਤੇ ਗੁੱਸਾ ਮਨਾਂ ਦੇ ਵਿੱਚ ਸੀ ਸਮੂਹ ਸਿੱਖ ਜਥੇਬੰਦੀਆਂ ਦੇ, ਜੋ ਕਿ ਹੁਣ ਇਸ ਵਕਤ ਬਾਹਰ ਵੀ ਆਇਆ ਹੈ, ਪਰਿਭਾਸ਼ਿਤ ਹੋਇਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਮੁਖਬਿਰ ਤੋਂ ਉਹਨਾਂ ਨੇ ਜਿਹੜੀ ਗੱਲ ਕਹੀ ਵੀ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਹ ਕਮੈਂਟ ਬੜਾ ਹੀ ਮਹੱਤਵਪੂਰਨ ਹੈ। ਬੇਸ਼ੱਕ ਕਿੰਨੇ ਵੀ ਵਖਰੇਵੇਂ ਸਿੱਖ ਸੰਸਥਾਵਾਂ ਜਾਂ ਜਿਹੜੀਆਂ ਧਿਰਾਂ ਉਸ ਦੇ ਵਿੱਚ ਮਹੱਤਵਪੂਰਨ ਭੂਮਿਕਾ ਦੇ ਵਿੱਚ ਹੈਗੀਆਂ ਨੇ ਉਸ ਦੇ ਵਿੱਚ ਰਹੇ ਹੋਣ, ਲੇਕਿਨ ਹੁਣ ਇਹ ਆਵਾਜ਼ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਈ ਹੈ। ਉਹਨਾਂ ਨੇ ਇਸ ਬੈਠਕ ਨੂੰ ਆਰਗੇਨਾਈਜ਼ ਕੀਤਾ, ਕਰਵਾਇਆ, ਤੇ ਇਸ ਬੈਠਕ ਦੇ ਵਿੱਚ ਜਿਹੜੇ ਐਲਾਨ ਉਹਨਾਂ ਨੇ ਕੀਤੇ ਨੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਸਾਰੇ ਦੇ ਸਾਰੇ ਲੋਕਾਂ ਨੂੰ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ, ਡਿਟੇਨ ਕੀਤੇ ਗਏ ਹੈਗੇ ਨੇ, ਉਹਨਾਂ ਨੂੰ ਛੱਡਿਆ ਜਾਵੇ ਤੇ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਵੀ ਝੂਠੇ ਕੇਸਿਸ ਵੀ ਜਿਹੜੇ ਲਾਏ ਗਏ ਨੇ ਉਹ ਰੱਦ ਕੀਤੇ ਜਾਣ। ਜਿਹੜੀ ਭੰਨਤੋੜ ਪੁਲਿਸ ਅਫਸਰਾਂ ਵੱਲੋਂ ਕੀਤੀ ਗਈ ਹੈ ਉਹਨਾਂ ਦੀ ਜਿਹੜੀ ਜਵਾਬਦੇਹੀ ਤੈਅ ਕੀਤੀ ਜਾਵੇ, ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾਏ। ਉਹਨਾਂ ਦੇ ਮੋਟਰਸਾਈਕਲ ਵਗੈਰਾ ਭੰਨੇ ਗਏ, ਬਹੁਤ ਨੁਕਸਾਨ ਇਸ ਤਰੀਕੇ ਦਾ ਹੋਇਆ। ਇਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਵਾਰਦਾਤਾਂ ਸੀ ਜਾਂ ਘਟਨਾਵਾਂ ਹੋਈਆਂ ਇਹ ਗਲਤ ਤਰੀਕੇ ਦੇ ਨਾਲ ਹੋਈਆਂ, ਤੇ ਕਿਉਂਕਿ ਇੱਕ ਪੰਜਾਬ ਦੇ ਵਿੱਚ ਅਜਿਹੀ ਅਣਕਹੀ ਜਾਂ ਅਣਬਿਆਨੀ ਐਮਰਜੈਂਸੀ ਲੱਗੀ ਹੋਈ ਸੀ ਜਿਸ ਦੌਰ ਦੇ ਵਿੱਚ ਇਹਨਾਂ ਗੱਲਾਂ ਬਾਤਾਂ ਉੱਤੇ ਚਿੰਤਾ ਕਰਨ ਦਾ ਜਾਂ ਇਹਨਾਂ ਗੱਲਾਂ ਬਾਤਾਂ ਉੱਤੇ ਵਿਚਾਰ ਵਟਾਂਦਰਾ ਕਰਨ ਦਾ ਸਮਾਂ ਨਹੀਂ ਮਿਲਿਆ। ਲੇਕਿਨ ਹੁਣ ਜਦੋਂ ਪੰਥਕ ਜਮਾਤਾਂ ਇਕੱਠੀਆਂ ਹੋਈਆਂ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ, ਉਸਦੇ ਜਥੇਦਾਰ ਦੀ ਅਗਵਾਈ ਹੇਠ ਸਾਰੇ ਇਕੱਠੇ ਹੋਏ ਨੇ। ਹੁਣ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਖਾਲਸਾ ਜਾਂ ਪ੍ਰਚਾਰਕ ਵਹੀਰਾਂ ਹੈਗੇ ਉਹ ਵੀ ਲੈ ਕੇ ਜਾਵਾਂਗੇ, ਸਰਕਾਰ ਦੀ ਧੱਕੇਸ਼ਾਹੀ ਵੀ ਲੋਕਾਂ ਤੱਕ ਪਹੁੰਚਾਵਾਂਗੇ। ਸੋ ਲੈ ਦੇ ਕੇ ਸਰਕਾਰ ਦੇ ਖਿਲਾਫ, ਸਟੇਟ ਦੇ ਖਿਲਾਫ ਜਿਹੜਾ ਇੱਕ ਸਟੈਂਡ ਹੈ ਉਹ ਲੈਂਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਜ਼ਰ ਆ ਰਹੇ ਨੇ। ਕੁਝ ਹੱਦ ਤੱਕ ਇਹ
ਜਿਹੜੀ ਕਮਿਊਨਿਟੀ ਹੈ ਉਸਦੇ ਜਿਹੜੇ ਐਕਸਪ੍ਰੈਸ਼ਨ ਹੈਗੇ ਨੇ, ਉਸਦੇ ਜਿਹੜੇ ਇਮੋਸ਼ਨਸ ਹੈਗੇ ਨੇ, ਉਹਨਾਂ ਦਾ ਰਿਪਰੈਜ਼ੈਂਟੇਟਿਵ ਵੀ ਹੈ। ਕੁਝ ਹੱਦ ਤੱਕ ਦੇਖਿਆ ਜਾਏ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਲੋੜ ਤੇ ਮਜਬੂਰੀ ਇਸ ਵਾਸਤੇ ਹੈ ਕਿਉਂਕਿ ਅੰਮ੍ਰਿਤਪਾਲ ਨੂੰ ਲੈ ਕੇ ਪਹਿਲਾਂ ਕਦੇ ਕਿਸੇ ਕਿਸਮ ਦੀ ਹਮਾਇਤ ਜਾਂ ਖੁੱਲ੍ਹ ਕੇ ਜਿਹੜਾ ਹੁੰਗਾਰਾ ਹੈ ਉਹ ਦੇਖਣ ਵਿੱਚ ਨਹੀਂ ਮਿਲਿਆ। ਲੇਕਿਨ ਹੁਣ ਜਦੋਂ ਇੱਕ ਡਿਫੈਂਸਿਵ ਮੋਡ ਦੇ ਉੱਤੇ ਬਹੁਤ ਲੋਕ ਨਜ਼ਰ ਆ ਰਹੇ ਨੇ, ਖੁਦ ਵਾਰਿਸ ਪੰਜਾਬ ਦੇ ਦੀ ਪੂਰੀ ਲੀਡਰਸ਼ਿਪ ਇਸ ਵਕਤ ਜਾਂ ਤਾਂ ਜੇਲ੍ਹਾਂ ਦੇ ਵਿੱਚ ਡੱਕਦੀ ਗਈ ਹੈ ਜਾਂ ਉਸਦੇ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਇਸ ਵਕਤ ਭਗੌੜੇ ਚੱਲਦੇ ਪਏ ਨੇ। ਇਸ ਵਕਤ ਐਕਸਪੈਕਟੇਸ਼ਨ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਉੱਠੇ। ਨੈਸ਼ਨਲ ਮੀਡੀਆ ਦੇ ਉੱਤੇ ਸ਼ੁਭਕਰਮਨ ਇਹ ਜ਼ਰੂਰ ਇੱਥੇ ਜ਼ਿਕਰ ਬਣਦਾ ਕਿ ਬਾਰ-ਬਾਰ ਇਹ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਭਾਸ਼ਣ ਦੇ ਵਿੱਚ ਵੀ ਤੇ ਇਸ ਇਕੱਤਰਤਾ ਦੇ ਵਿੱਚ ਵੀ ਜਿਹੜੀ ਚਰਚਾਵਾਂ ਹੋਈਆਂ, ਨੈਸ਼ਨਲ ਮੀਡੀਆ ਦੀ ਭੂਮਿਕਾ ਤੇ ਕਿਸ ਤਰੀਕੇ ਦੇ ਨਾਲ ਕਮਿਊਨਿਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਉਸ ਦਾ ਇੱਕ ਬਹੁਤ ਸਖਤ ਨੋਟਿਸ ਵੀ ਲਿਆ ਗਿਆ ਹੈ ਤੇ ਇਹ SGPC ਤੇ ਹੋਰ ਜਥੇਬੰਦੀਆਂ ਨੂੰ ਤਾਕੀਦ ਕੀਤੀ ਗਈ ਹੈ ਕਿ ਤੁਸੀਂ ਹੁਣ ਅਦਾਲਤਾਂ ਦੇ ਵਿੱਚ ਜਾ ਕੇ ਨੈਸ਼ਨਲ ਮੀਡੀਆ ਦੇ ਖਿਲਾਫ ਮੁਕੱਦਮੇ ਜਿਹੜੇ ਹੈਗੇ ਨੇ ਦਰਜ ਕਰੋ ਤਾਂ ਕਿ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾ ਸਕੇ। ਸੋ ਕਈ ਅਹਿਮ ਗੱਲਾਂ ਬਾਤਾਂ ਨਿਕਲੀਆਂ ਨੇ, ਲੇਕਿਨ ਜਿਹੜਾ 24 ਘੰਟੇ ਦਾ ਅਲਟੀਮੇਟਮ ਹੈ ਇਹ ਇੱਕ ਬ੍ਰੇਕਿੰਗ ਪੁਆਇੰਟ ਹੈ। ਹੁਣ ਦੇਖਣਾ ਹੋਏਗਾ ਕਿ ਸਰਕਾਰ ਆਉਣ ਵਾਲੇ 24 ਘੰਟਿਆਂ ਦੇ ਵਿੱਚ ਕੀ ਨੋਟਿਸ ਲੈਂਦੀ ਹੈ, ਕਿਉਂਕਿ ਸਰਕਾਰ ਦੇ ਮੁਤਾਬਕ ਜਿਹੜੇ ਬਣਦੇ ਕੇਸ ਸੀ ਜਾਂ ਜਿਹੜੇ ਬਣਦੇ ਲੋਕ ਸੀ ਜਿਨ੍ਹਾਂ ਨੂੰ ਛੱਡਣਾ ਚਾਹੀਦਾ ਸੀ, ਜਿਨ੍ਹਾਂ ਦੀ ਐਡੀ ਅਹਿਮ ਭੂਮਿਕਾ ਨਹੀਂ ਸੀ ਕਿਸੇ ਵੀ ਕਿਸਮ ਦੀ ਸ਼ਰਾਰਤੀ ਗਤੀਵਿਧੀਆਂ ਦੇ ਵਿੱਚ, ਉਹਨਾਂ ਨੂੰ ਪਹਿਲਾਂ ਹੀ ਛੱਡਤਾ ਗਿਆ ਹੈ। ਸੋ ਵਿਲ ਹੈਵ ਟੂ ਵੇਟ ਐਂਡ ਵਾਚ ਕਿ ਉਹ ਅੰਕੜਾ ਕੀ ਹੈ, ਸੂਚੀ ਕਿਹੜੀ ਹੈ, ਕਿਹੜੇ ਲੋਕਾਂ ਨੂੰ ਛੱਡਣਾ ਹੈ, ਕਿਹੜੇ ਲੋਕਾਂ ਨੂੰ ਡਿਟੇਨ ਕਰਕੇ ਸਰਕਾਰ ਨੇ ਰੱਖਣਾ ਤੇ ਅਕਾਲ ਤਖਤ ਸਾਹਿਬ ਕਿਹੜੇ ਲੋਕਾਂ ਦੀ ਰਿਹਾਈ ਦੀ ਮੰਗ ਕਰਦੇ ਪਏ ਨੇ। ਰਿਤੇਸ਼ ਜੀ, ਤਾਂ ਇਸ ਸਿਚੁਏਸ਼ਨ 'ਚ ਸਰਕਾਰ ਦਾ ਜਿਹੜਾ ਹਾਲਾਤ ਹੈ ਜਾਂ ਸਰਕਾਰ ਇਸ ਚੀਜ਼ ਨੂੰ ਕਿਵੇਂ ਦੇਖ ਰਹੀ ਹੋਊਗੀ, ਉਹ ਵੀ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਬਣ ਜਾਂਦਾ। ਹਾਲਾਂਕਿ ਸਰਕਾਰ ਨੇ ਪਹਿਲਾਂ ਹੀ ਪ੍ਰੀਐਮਪਟ ਕਰਕੇ ਪ੍ਰੈਸ ਕਾਨਫਰੰਸ ਕਿਹਾ ਸੀ ਵੀ ਜਿੰਨੇ ਵੀ ਬੇਕਸੂਰ ਹੋਣਗੇ ਉਹਨਾਂ ਨੂੰ ਛੱਡ ਦਿੱਤਾ ਜਾਊਗਾ। ਸਿਰਫ 30 ਬੰਦਿਆਂ ਦੇ ਉੱਤੇ ਕ੍ਰਿਮੀਨਲ ਕਾਰਵਾਈ ਕੀਤੀ ਗਈ ਹੈ, ਕ੍ਰਿਮੀਨਲ ਚਾਰਜਸ ਫਰੇਮ ਕੀਤੇ ਗਏ, ਬਾਕੀਆਂ ਨੂੰ ਛੱਡ ਦਿੱਤਾ ਜਾਊਗਾ। ਪਰ ਬਾਕੀ ਸਾਰੀਆਂ ਜਿਹੜੀਆਂ ਗੱਲਾਂ ਨੇ, ਜਿਵੇਂ ਉਹਨਾਂ ਨੇ ਕਿਹਾ ਵੀ ਖਾਲਸੇ ਦੇ ਝੰਡੇ ਨੂੰ ਖਾਲਿਸਤਾਨ ਦਾ ਝੰਡਾ ਬਣਾ ਕੇ ਦੱਸਿਆ ਗਿਆ, ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਤੇ ਅਫਸਰਾਂ ਵੱਲੋਂ ਵੀ ਬੜਾ ਕਲੀਅਰਲੀ ਕਿਹਾ ਗਿਆ ਵੀ ਅਫਸਰਾਂ ਨੇ ਵੀ ਇਹ ਗੱਲ ਕੀਤੀਆਂ ਹੈਗੀਆਂ। ਤਾਂ ਇਸ ਸਾਰੀ ਚੀਜ਼ ਨੂੰ ਤੇ NSA ਨੂੰ ਖਾਸ ਤੌਰ ਦੇ ਉੱਤੇ ਸਰਕਾਰ ਕਿਵੇਂ ਲਊਗੀ, ਕਿਉਂਕਿ ਇਸ ਦੇ ਨਾਲ ਚੇਤਾਵਨੀ ਵੀ ਦਿੱਤੀ ਗਈ ਹੈ ਵੀ ਪਿੰਡਾਂ ਦੇ ਅੰਦਰ ਖਾਲਸਾ ਵਹੀਰ ਕੱਢੀ ਜਾਊਗੀ। ਦੇਖੋ ਜੀ, ਇਹ ਧਾਰਮਿਕ ਪੱਖ ਜਾਂ ਜਿਹੜਾ ਦਾ ਕਹਿ ਸਕਦੇ ਕਿ ਪੰਥਕ ਪੱਖ ਹੈ ਉਹ ਤਾਂ ਆਪਣੀ ਥਾਂ ਹੈ। ਸ਼੍ਰੀ ਅਕਾਲ ਤਖਤ ਸਾਹਿਬ ਨੇ ਅਗਵਾਈ ਕਰਨੀ ਹੈ ਉਸਦੀ ਤੇ ਉਹਨਾਂ ਦੇ ਜਥੇਦਾਰ ਵੱਲੋਂ ਜੋ ਇਹ ਐਲਾਨ ਅਲਟੀਮੇਟਮ ਦਿੱਤਾ ਗਿਆ ਹੈ, ਉਹ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਉਸ ਉੱਤੇ ਕਾਰਵਾਈ ਪੈਂਦੀ ਹੈ। ਕਿਉਂਕਿ ਹੁਣ ਇਹ ਚੀਜ਼ ਕਲੀਅਰ ਨਜ਼ਰ ਆ ਰਹੀ ਹੈ ਕਿ ਪਹਿਲਾਂ ਜਦੋਂ ਅਜਨਾਲੇ ਦੀ ਘਟਨਾ ਹੁੰਦੀ ਹੈ, ਅਜਨਾਲੇ ਦੀ ਘਟਨਾ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੋਇਆ, ਬੇਅਦਬੀ ਹੋਈ, ਜਿਸ ਤਰੀਕੇ ਦੀ ਵਰਤੋਂ ਆਪਣੇ ਮੁਫਾਦਾਂ ਲਈ ਅੰਮ੍ਰਿਤਪਾਲ ਤੇ ਉਸਦੇ ਸਮਰਥਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਪਾਲਕੀ ਦੀ ਕੀਤੀ, ਥਾਣੇ ਦੇ ਉੱਤੇ ਹਮਲਾ ਬੋਲਿਆ, ਉਸ ਵਕਤ ਵੀ ਇੱਕ ਬਹੁਤ ਹੀ ਨੈਗੇਟਿਵ ਪ੍ਰਭਾਵ ਗਿਆ ਸੀ ਤੇ ਅਕਾਲ ਤਖਤ ਸਾਹਿਬ ਸਮੇਤ ਜਿਹੜੀਆਂ ਜਥੇਬੰਦੀਆਂ ਸੀ, ਸਿੱਖ ਲੀਡਰਸ਼ਿਪ ਸੀ, ਉਸਨੇ ਖੁਦ ਇਸ ਉੱਤੇ ਬਹੁਤ ਸਖਤ ਇਤਰਾਜ਼ ਕੀਤੇ ਸੀ। ਤੁਹਾਨੂੰ ਯਾਦ ਹੋਗਾ ਕਮੇਟੀ ਵੀ ਬਣੀ ਸੀ, ਜਿਸ ਇੱਕ ਹਾਈ ਪਾਵਰਡ ਕਮੇਟੀ ਸੀ ਜਿਸ ਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਇਸ ਚੀਜ਼ ਨੂੰ ਐਨਾਲਾਈਜ਼ ਕਰੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਰਵਰਤੋਂ ਇਸ ਤਰੀਕੇ ਦੇ ਨਾਲ ਕਿਵੇਂ ਕੀਤੀ ਜਾ ਰਹੀ ਹੈ। ਸੋ ਉਸ ਘਟਨਾ ਦੇ ਸੰਦਰਭ ਵਿੱਚ ਇਸੇ ਜਿਹੜੀ ਸਿੱਖ ਜਥੇਬੰਦੀਆਂ ਹੈਗੀਆਂ ਨੇ ਜਾਂ ਸਿੱਖ ਉੱਚ ਅਦਾਰੇ ਹੈਗੇ ਨੇ, ਉਹਨਾਂ ਵੱਲੋਂ ਇੱਕ ਵੱਖਰੇ ਕਿਸਮ ਦਾ ਐਕਸ਼ਨ ਸੀ। ਲੇਕਿਨ ਕੁਝ ਹੀ ਦਿਨਾਂ ਦੇ ਵਿੱਚ ਸਥਿਤੀ ਬਦਲ ਜਾਂਦੀ ਹੈ, ਕੁਝ ਹੀ ਹਫ਼ਤਿਆਂ ਦੇ ਵਿੱਚ ਸਥਿਤੀ ਬਦਲ ਜਾਂਦੀ ਹੈ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਡਿਫਰੈਂਟ ਮੋਡ ਦੇ ਵਿੱਚ ਆ ਕੇ ਆਪਣੀ ਗਤੀਵਿਧੀ ਨੂੰ ਸਰਕਾਰ ਦੇ ਖਿਲਾਫ ਤੋਰਨਾ ਪੈ ਰਿਹਾ। ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਪਿਛਲੇ 1.5-2 ਸਾਲਾਂ ਦੇ ਵਿੱਚ, ਚਾਹੇ ਉਹ ਕੇਂਦਰ ਸਰਕਾਰ ਹੋਵੇ, ਭਾਰਤੀ ਜਨਤਾ ਪਾਰਟੀ ਸਰਕਾਰ ਹੋਵੇ ਜਾਂ ਪੰਜਾਬ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਹੋਣ, ਉਹਨਾਂ ਦੇ ਖਿਲਾਫ ਸਿੱਧੇ ਨਿਸ਼ਾਨੇ ਲਾਏ ਨੇ। ਸਿੱਧਾ ਪੰਥ ਵਿਰੋਧੀ, ਕੌਮ ਵਿਰੋਧੀ, ਸਿੱਖ ਵਿਰੋਧੀ ਇਹਨਾਂ ਸਰਕਾਰਾਂ ਜਾਂ ਉਹਨਾਂ ਦੀ ਕਾਰਵਾਈਆਂ ਨੂੰ ਦੱਸਿਆ ਹੈ। ਲੇਕਿਨ ਇਸ ਮੌਕੇ ਦੇ ਉੱਤੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਵੀ ਫੈਸਲਾ ਕੁਛ ਹੱਦ ਤੱਕ ਲੈਣਾ ਪੈ ਰਿਹਾ। ਹਾਲਾਂਕਿ ਉਹਨਾਂ ਨੇ ਆਪਣੀ ਇਸ ਸੰਬੋਧਨ ਦੇ ਵਿੱਚ ਇਹ ਵੀ ਕਿਹਾ ਵੀ ਕਿਤੇ ਨਾ ਕਿਤੇ ਗਲਤੀਆਂ ਸਾਡੇ ਵੀ ਕੁਝ ਲੋਕਾਂ ਤੋਂ ਹੋਈਆਂ ਨੇ। ਉਹ ਇਸ਼ਾਰਾ ਸਾਫ਼ ਤੌਰ 'ਤੇ ਉਹੀ ਕਰ ਰਹੇ ਨੇ ਅਜਨਾਲੇ ਦੀ ਘਟਨਾ ਨੂੰ ਡਾਇਰੈਕਟਲੀ। ਹੁਣ ਅੱਜ ਮਾਹੌਲ ਇਸ ਤਰੀਕੇ ਦਾ ਹੈਗਾ ਕਿ ਪੰਥਕ ਇਕੱਠ ਦੇ ਵਿੱਚ, ਇਕੱਤਰਤਾ ਦੇ ਵਿੱਚ ਇਹ ਗੱਲਬਾਤ ਇਸ ਤਰੀਕੇ ਨਾਲ ਨਹੀਂ ਕਹੀ ਜਾ ਸਕਦੀ ਸੀ ਕਿ ਪਹਿਲਾਂ ਜਿਹੜੀਆਂ ਗਲਤੀਆਂ ਦਾ ਖੁਦ ਅੰਮ੍ਰਿਤਪਾਲ ਤੇ ਉਸਦੇ ਸਮਰਥਕਾਂ ਨੇ ਜਿਹੜੀ ਹੁੱਲੜਬਾਜ਼ੀ ਕੀਤੀ, ਲੇਕਿਨ ਇਹਨਾਂ ਨੂੰ ਇੱਕ ਨਪੇ ਤੁਲੇ ਸ਼ਬਦਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਗਲਤੀਆਂ ਹੋਈਆਂ ਨੇ, ਲੋਕ ਭਾਵੁਕ ਹੋਏ, ਲੋਕ ਜ਼ਿਆਦਾ ਕਿਤੇ ਨਾ ਕਿਤੇ ਓਵਰ ਕੌਨਫੀਡੈਂਟ ਹੋ ਗਏ ਤੇ ਉਸ ਤੋਂ ਬਾਅਦ ਜਿਹੜਾ ਅੱਜ ਭੁਗਤ ਰਿਹਾ ਹੈ, ਪੰਥ ਭੁਗਤ ਰਿਹਾ ਹੈ, ਕੌਮ ਨੂੰ ਜਿਹੜਾ ਨੁਕਸਾਨ ਹੋ ਰਿਹਾ, ਜਿਸ ਤਰੀਕੇ ਦੇ ਨਾਲ ਉਸ ਨੂੰ ਕਿਰਦਾਰ ਨੂੰ ਇੱਕ ਬੜੇ ਡਿਫਰੈਂਟ ਰੌਸ਼ਨੀ ਦੇ ਵਿੱਚ ਨੈਸ਼ਨਲ ਮੀਡੀਆ ਦਰਸਾ ਰਿਹਾ ਹੈ, ਉਸ ਨੂੰ ਇੱਕ ਵਿਕਟਮ ਦੀ ਤਰ੍ਹਾਂ ਦਰਸਾਉਣ ਦੀ ਬਜਾਏ ਉਸ ਨੂੰ ਇੱਕ ਵਿਲਨ ਦੀ ਤਰ੍ਹਾਂ ਦਿਖਾਇਆ ਜਾ ਰਿਹਾ ਹੈ। ਇਹ ਸਾਰੀ ਚੀਜ਼ਾਂ ਦੇ ਕੁਝ ਹੱਦ ਤੱਕ ਜ਼ਿੰਮੇਵਾਰ ਤੇ ਦੋਖੀ ਉਹ ਲੋਕ ਵੀ ਹੈਗੇ ਨੇ ਜੋ ਕਿ ਜ਼ਿੰਮੇਵਾਰੀ ਦੇ ਨਾਲ ਜਿਨ੍ਹਾਂ ਨੇ ਅਗਵਾਈ ਨਹੀਂ ਕੀਤੀ ਤੇ ਕਿਤੇ ਨਾ ਕਿਤੇ ਇਸ਼ਾਰਾ ਅੰਮ੍ਰਿਤਪਾਲ ਵੱਲ ਹੈ। ਲੇਕਿਨ ਅੰਮ੍ਰਿਤਪਾਲ ਦਾ ਨਾਂ ਤੇ ਜ਼ਿਕਰ ਉਹਨਾਂ ਨੇ ਘੱਟ ਕੀਤਾ ਹੈ। ਜਿਹੜਾ ਜ਼ਿਆਦਾ ਵੱਡਾ ਕੰਸਰਨ ਇਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਦਾ ਦਿਸ ਰਿਹਾ ਹੈ ਉਹ ਹੈ ਵੀ ਦੁਨੀਆ ਭਰ ਦੇ ਵਿੱਚ
जिस तरीके दे नाल एक कम्यूनिटी नूं विशेष तौर पर टारगेट किया जा रहा है, फिर बेशक स्टेट वालों निशाना सिख हैगे ने, कम्यूनिटी है या नहीं है, इस बारे तो कोई गल पक्के तरीके नाल नहीं कही जानी चाहिए, कही जा सकती, लेकिन एक बहाना जरूर बन गया जिस दे नाल कि दुनिया भर दे विच सिखां नूं बदनाम किया जा रहा है। सो यही मैसेज जिहड़ा है श्री अकाल तख्त साहब वालों आया है, लेकिन आने वाले दिनों की लामबंदी बहुत हद तक तय करेगी कि किड्डा फसवां स्टैंड है, क्योंकि ये भी इल्ज़ाम लगते रहे हैगे ने कि अकाल तख्त साहब के जत्थेदार या जी श्रोमणी कमेटियां हैगियां ने या जिहड़ियां पंथक जमातां हैगियां ने, नुमाइंदा जमातां हैगियां ने, उन्होंने कोई ज़्यादा ठोस स्टैंड इस विषय के उत्ते अजे तक नहीं लिया। इस इकत्तरता नूं भी एक लिमिटेड दायरे तक ही रिस्ट्रिक्ट किया गया। हालांकि बहुत लोग चाहते सी कि तुसी इस नूं एक ओपन हाउस बनाओ, लेकिन ओपन हाउस नहीं बनाया गया। इस दे विच सद्दे दे उत्ते ही जिहड़ियां जत्थेबंदियां शिरकत कीतियां उन्होंने की, लेकिन ये गल है कि समूहिक तौर पर एक सुनेहा जरूर देने की कोशिश है, तो यकीनी तौर पर सरकार उत्ते इसका असर होएगा, क्योंकि जे सर्वोच्च संस्था वालों श्री अकाल तख्त साहब वालों अजिहा सुनेहा आंदा है तो भविख दे विच अजिहियां वहीरां दे विच जे सरकार की भंडी हुंदी है, उस भूमिका का जिक्र होंदा है जिस विच कि बदनाम करने की सिखां नूं कोशिश की जाती है। सरकारी धक्केशाही की गल खास करके पंजाब दे विच आपां पहलां भी जिक्र किया है कि जिहड़े नजायज़ लोगों नूं तंग किया जा रहा है, इस अमृतपाल ते उसके समर्थकों के उत्ते दबिश के नाँ उत्ते इस वक्त वड्डा कंसर्न वो है। शायद इन्हां गल्लां बातां तो यह पूरी की पूरी मूवमेंट उभरी है। जे सिर्फ अमृतपाल सिंह या उसके कुछ समर्थकों तक हथ पिया हुंदा तो शायद अकाल तख्त साहब नूं भी पिक्चर दे विच आउण दी इन्नी लोड़ नहीं सी या उन्हां तों एक्सपैक्टेशन नहीं सी, लेकिन किते ना किते जिहड़ी वधीकी है वो थोड़ी जी अगे वध के ज़्यादा हो गई है। ज़्यादा लोगों दमन करन दे या उन्हां नूं दब्बण दे चक्कर दे विच सरकारां ਦੀ ਜਿਹੜੀ ਭੂਮਿਕਾ ਹੈ ਉਹ ਇਸ ਵਕਤ ਨਿਸ਼ਾਨੇ ਤੇ ਹੈ ਜੀ। ਤੇ ਜੀ ਜਿਵੇਂ ਤੁਸੀਂ ਕਿਹਾ ਕਿਰਦਾਰ ਕੁਸ਼ੀ ਦੀ ਗੱਲ ਕੀਤੀ ਗਈ ਹੈ ਵੀ ਇੱਕ ਪਾਰਟਿਕੂਲਰ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ, ਜਿਹੜੇ ਬੰਦੇ ਗਰਾਊਂਡ ਤੇ ਜੈਨੂਇਨ ਰਿਪੋਰਟਿੰਗ ਕਰ ਰਹੇ ਸੀ ਉਹਨਾਂ ਨੂੰ ਤਾਂ ਪੁਲਿਸ ਨੇ ਕਹਿ ਲਓ ਜਾਂ ਸਰਕਾਰ ਵੱਲੋਂ ਸਟੇਟ ਵੱਲੋਂ ਬੜਾ ਪ੍ਰੋਐਕਟਿਵ ਕਰਕੇ ਉਹਨਾਂ ਦੇ ਬਲੌਕ ਕਰ ਦਿੱਤੇ ਗਏ, ਉਹਨਾਂ ਦੇ ਪੇਜਸ ਬਲੌਕ ਕਰ ਦਿੱਤੇ ਗਏ, ਟਵਿੱਟਰ ਹੈਂਡਲਸ ਬਲੌਕ ਕਰ ਦਿੱਤੇ ਗਏ, ਤੇ ਹੁਣ ਇੱਥੇ ਘੇਰੇ 'ਚ ਜਾਂ ਇਲਜ਼ਾਮਾਂ 'ਚ ਆ ਰਹੀ ਹੈ ਨੈਸ਼ਨਲ ਮੀਡੀਆ। ਕੀ ਤੁਹਾਨੂੰ ਲੱਗਦਾ ਪੰਜਾਬ ਸਰਕਾਰ ਇਹ ਕਦਮ ਲੈ ਸਕਦੀ ਹੈ ਕਿ ਉਹਦੇ 'ਚ ਇੰਨੀ ਜਾਨ ਹੈ ਕਿ ਨੈਸ਼ਨਲ ਮੀਡੀਆ ਦੇ ਖਿਲਾਫ ਜਿਨ੍ਹਾਂ ਨੇ ਕਿਰਦਾਰਕੁਸ਼ੀ ਕੀਤੀ ਹੈ ਸਿੱਖ ਕਮਿਊਨਿਟੀ ਦੀ ਜਾਂ ਵੱਖ-ਵੱਖ ਤਰ੍ਹਾਂ ਦੇ ਦੋਸ਼ ਲਾਏ ਗਏ ਨੇ, ਟੈਗਿੰਗ ਕੀਤੀ ਗਈ ਹੈ, ਉਹਨਾਂ ਦੇ ਖਿਲਾਫ ਐਕਸ਼ਨ ਲੈ ਸਕੂਗੀ? नहीं देखो, हले तक किरदारकुशी हुई है नहीं हुई, इस उत्ते भी एक डिबेटेबल पॉइंट है। ये श्री अकाल तख्त साहब वालों कहा जा रहा है, सिख पंथक जमातां वालों कहा जा रहा है, ये एक इस वक्त दूषण है। इसनूं थोड़ा जिहा होर गहराई दे विच जाके समझना पैना है। कुछ अजिहा नैशनल मीडिया जिसनूं असीं गोदी मीडिया कहने हैं, उसका काम ही ये है, उन्हें सिर्फ सिखां दे संदर्भ विच नहीं बल्कि होर कोई भी माइनॉरिटी होवे या कोई भी अजिही घटना होवे जिस विच कि मैजोरिटी माइनॉरिटी का सवाल नहीं होता, लेकिन जिस विच कि सत्ताधारी धिर नूं फायदा होवे नुकसान होवे, उत्थे उन्हां दी भूमिकावां हमेशा तो ही सवालों के घेरे विच रहीआं ने। यही कारण है कि इस पंथक इकत्तरता ने भी नैशनल मीडिया नूं टारगेट किया है। तुसीं जिक्र किया कि बहुत से अजिहे पत्रकार जो कि लोकल लोकल बॉर्न ब्रैड या इत्थों ही जिहड़े ग्रो किया, जिन्होंने ऑर्गेनिक आप मीडिया अपना कह सकते हैं, पंजाब का मीडिया कह सकते हैं, पंजाबी पत्रकार कह सकते हैं, उन्होंने उत्ते भी श्री अकाल तख्त साहब ते इस इकत्तरता दे विच गल कही गई है कि उन्होंने ब्लॉक क्यों किया गया, उन्होंने उत्ते पाबंदियां क्यों लाइयां गईयां, उन्होंने पाबंदियां नूं तुरंत खोलण की मंग सरकार नूं कीती गई है कि तुसीं फौरी तौर के उत्ते वो जिहड़ा मीडिया जो कि एक अल्टरनेट मीडिया सी, जो कि एक दूजा पक्ष कहानी का दिखाने की कोशिश कर रहा सी घटनाक्रम का, तुसीं उसनूं ब्लॉक कर दिंदे हो। तुसीं दूसरे पासे नैशनल मीडिया दे विच हर किस्म का जिहड़ा प्रचार कह ली या कूड़ प्रचार है उसनूं चलण की इजाज़त दे दिंदे हो। लोकल जिहड़ा मीडिया है उसनूं डरांदे हो, धमकांदे हो, ब्लॉक करदे हो, यूट्यूब तो या ट्विटर तो बैन भी करवा देंगे हो। सो ये कित्थे दा संतुलन है? जे तुसी नैशनल मीडिया नूं पूरी खुल दे रखी है या उन्हां दे खिलाफ तुसी कोई कार्रवाई अज करन नूं तैयार नहीं हो, जो मर्जी दिखाते रहन, तो तुसी लोकल मीडिया के उत्ते क्यों इस तरीके की दबिश कर रहे हो? सो एक बड़ा एक मैं कहांगा इस एक अजिही टैरेटरी है, अजिहा ग्रे एरिया है जिसकी परिभाषावां क्लीयर नहीं हैगियां ने। आपां देखो, गोदी मीडिया एक देश दे विच बैठा, एक पंजाब दे विच भी भगवंत मान ते इन्हां दी सरकार दी गोदी दे विच भी मीडिया बैठ के काम कर रहा है। वो है तो पंजाब दी ही पत्रकारी है, पंजाब दे पत्रकार पंजाब दे अदारे ने, लेकिन उन्हां दी भूमिका की है? लॉजिकल सवाल चुकना, क्रिटिकल सवाल चुकना अज उन्होंने बिल्कुल भुल चुका है। सो किते ना किते इस इकत्तरता दे विच घट्टो घट्ट उन्हां पत्रकारां दी गल होई। मैं नहीं कहता कि जिहड़े जर्नलिस्टां दे ट्विटर ब्लॉक किए गए ने या जिहड़े जर्नलिस्टां दे उत्ते पाबंदियां लाइयां गईयां ने सारे दे सारे निरपक्षता दे नाल काम कर रहे सी,
ਲੇਕਿਨ ਇਹ ਹੈ ਕਿ ਇੱਕ ਅਲਟਰਨੇਟ ਵਿਊ ਜ਼ਰੂਰ ਸੀਗਾ, ਇੱਕ ਕਹਾਣੀ ਦਾ ਜਾਂ ਸਿੱਕੇ ਦਾ ਦੂਸਰਾ ਪਹਿਲੂ ਦਿਖਾਉਣ ਦੀ ਕੋਸ਼ਿਸ਼ ਸੀ। ਕਈ ਵਾਰ ਉਸ ਕੇਸ ਦੇ ਵਿੱਚ ਵੀ ਇੱਕ ਬਹੁਤ ਵੱਡਾ ਬਾਇਸ ਹੈ। ਮੈਂ ਮੰਨ ਕੇ ਚੱਲਦਾ ਕਿ ਬਹੁਤ ਸਾਡਾ ਐਸਾ ਮੀਡੀਆ ਨੇ ਜਿਨ੍ਹਾਂ ਦੇ ਉੱਤੇ ਇਸ ਵਕਤ ਸਰਕਾਰ ਦੀਆਂ ਨਜ਼ਰਾਂ ਨੇ, ਉਹ ਖੁਦ ਵੀ ਬਾਇਸ ਹੋ ਕੇ ਚੱਲਦਾ, ਹਮੇਸ਼ਾ ਬਾਇਸ ਹੋ ਕੇ ਚੱਲਿਆ, ਉਹ ਦੂਸਰੇ ਪਾਸੇ ਬਾਇਸ ਹੋ ਕੇ ਚੱਲਿਆ। ਤੋ ਗੋਦੀ ਮੀਡੀਆ ਸਿਰਫ ਸਰਕਾਰ ਵਾਲੇ ਪਾਸੇ ਨਹੀਂ, ਉਸ ਦੇ ਜਿਹੜੀ ਆਪੋਜ਼ਿਟ ਸਾਈਡ ਹੈ ਜਾਂ ਜਿਹੜੀ ਕਿਸੇ ਸਮੇਂ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਤਵੱਜੋ ਦੇ ਰਹੀ ਸੀ, ਜਿਹੜੀ ਅੱਜ ਭਾਰਤ ਦੇ ਵਿੱਚ ਜੇ ਇਸ ਤਰੀਕੇ ਦੇ ਪਾਬੰਦੀਆਂ ਲੱਗ ਰਹੀਆਂ ਨੇ, ਉਹਨੂੰ ਭੰਡਣਾ ਇੱਕ ਆਪਣੀ ਥਾਂ ਹੈ, ਉਸ ਨੂੰ ਨਿੰਦਣਾ ਇੱਕ ਆਪਣੀ ਥਾਂ ਹੈ। ਲੇਕਿਨ ਓਵਰਬੋਰਡ ਜਾ ਕੇ ਜਦੋਂ ਇਹ ਪਾਬੰਦੀਆਂ ਨਹੀਂ ਵੀ ਲੱਗੀਆਂ ਸਨ, ਉਸ ਵਕਤ ਵੀ ਉਹਨਾਂ ਪਾਬੰਦੀਆਂ ਦੇ ਜ਼ਿਕਰ ਹੋ ਰਿਹਾ ਸੀ, ਉਸ ਵਕਤ ਵੀ ਚੀਜ਼ਾਂ ਨੂੰ ਮੈਗਨੀਫਾਈ ਕਰਕੇ ਕਮੀਆਂ ਖਾਮੀਆਂ ਨੂੰ ਪੜਾ ਚੜਾ ਕੇ ਦਿਖਾ ਰਹੀ ਸੀ। ਸੋ ਅੱਜ ਉਹਨਾਂ ਦੇ ਉੱਤੇ ਸਰਕਾਰ ਨੇ ਨਕੇਲ ਕੱਸੀ ਹੈ, ਜੋ ਕਿ ਗਲਤ ਹੈ। ਇੱਕ ਡੈਮੋਕ੍ਰੇਸੀ ਦੇ ਵਿੱਚ ਇੱਕ ਨਾਰਮਲ ਹਾਲਾਤਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਸੀ। ਇੱਕ ਐਮਰਜੈਂਸੀ, ਨੀਅਰ ਟੂ ਐਮਰਜੈਂਸੀ, ਅਣਕਹੀ, ਜਿਵੇਂ ਮੈਂ ਜ਼ਿਕਰ ਕੀਤਾ, ਬਿਆਨੀ ਜਿਹੜੀ ਐਮਰਜੈਂਸੀ ਲੱਗੀ ਹੋਈ ਹੈ। ਸੋ ਇੱਕ ਚਿੰਤਾਜਨਕ ਗੱਲਬਾਤ ਹੈ। ਤੇ ਇਸ ਇਕੱਤਰਤਾ ਦੇ ਵਿੱਚ ਗੱਲ ਕੀਤੀ ਗਈ ਹੈ ਵੀ ਤੁਸੀਂ ਜੇ ਨੈਸ਼ਨਲ ਮੀਡੀਆ ਦੇ ਉੱਤੇ, ਤਾਂ ਚਲੋ ਹੁਣ SGPC ਜਾਂ ਹੋਰ ਜਥੇਬੰਦੀਆਂ ਕੇਸ ਕਰਨਗੀਆਂ, ਕਿਹੜੇ ਕੇਸ ਹੋਣਗੇ, ਉਹਨਾਂ ਦੇ ਵਿੱਚ ਕੀ ਆਧਾਰ ਲਿਆ ਜਾਏਗਾ, ਉਹ ਤਾਂ ਸਮਾਂ ਦੱਸੇਗਾ। ਲੇਕਿਨ ਘੱਟੋ ਘੱਟ ਇਹਨਾਂ ਜਿਹੜੇ ਪੱਤਰਕਾਰਾਂ ਦੇ ਉੱਤੇ ਪਾਬੰਦੀਆਂ ਤੁਸੀਂ ਲਾਈਆਂ, ਇਹਨਾਂ ਨੂੰ ਫੌਰੀ ਤੌਰ ਤੇ ਤੁਸੀਂ ਖੋਲ੍ਹ ਸਕਦੇ ਹੋ। ਉਹਨਾਂ ਨੂੰ ਵਿਕਟਮਾਈਜ਼ ਕਰਨਾ, ਡਰਾਉਣਾ ਜਾਂ ਫਿਰ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਭੈ ਦਾ, ਸਹਿਮ ਦਾ ਮਾਹੌਲ ਕ੍ਰੀਏਟ ਕਰਨਾ, ਇਸ ਨੂੰ ਘੱਟੋ ਘੱਟ ਬੰਦ ਕੀਤਾ ਜਾਵੇ। ਇਹ ਵੀ ਸਮੇਂ ਦੀ ਇਸ ਵਕਤ ਲੋੜ, ਨਜ਼ਾਕਤ ਮੰਨੀ ਗਈ ਹੈ ਜੀ। ਤੇ ਜਿਸ ਤਰ੍ਹਾਂ ਸਿੱਖ ਇੰਸਟੀਟਿਊਸ਼ਨਸ ਨੇ ਆਪਣੇ ਆਪ ਨੂੰ ਅਸਰਟ ਕੀਤਾ ਹੈ, ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਂ ਅਕਾਲ ਤਖਤ ਸਾਹਿਬ ਵੱਲੋਂ ਅਸਰਟ ਕੀਤਾ ਗਿਆ ਪੰਥਕ ਇਕੱਠ ਕਰਕੇ, ਕੀ ਇਸ ਦਾ ਜਲੰਧਰ ਦੀ ਚੋਣ ਹੈ ਜਾਂ ਵੈਸੇ ਓਵਰਆਲ ਪੋਲੀਟੀਕਲ ਮਾਹੌਲ ਤੇ ਕੀ ਅਸਰ ਪਏਗਾ ਤੁਹਾਡੇ ਹਿਸਾਬ ਨਾਲ? ਦੇਖੋ ਇਸ ਤਰੀਕੇ ਦੀਆਂ ਘਟਨਾਵਾਂ ਦੇ ਅਸਰ ਹੁੰਦੇ ਵੀ ਨੇ, ਪੈਂਦੇ ਵੀ ਨੇ, ਤੇ ਦੋਵੇਂ ਪਾਸੇ ਬਰਾਬਰ ਦੇ ਪੈਂਦੇ ਨੇ। ਤੇ ਜੇ ਜਲੰਧਰ ਦੀ ਆਪਾਂ ਇਲੈਕਸ਼ਨ ਦੀ ਪਾਰਲੀਮੈਂਟਰੀ ਬਾਈ ਇਲੈਕਸ਼ਨ ਦੀ ਗੱਲ ਹੀ ਕਰਾਂਗੇ, ਤਾਂ ਉਸ ਦੇ ਵਿੱਚ ਹਰ ਕਿਸਮ ਦਾ ਵੋਟਰ ਹੈ। ਜੇ ਉਹਦੇ ਵਿੱਚ ਪੰਥਕ ਦਿੱਖ ਵਾਲਾ ਜਾਂ ਪੰਥਕ ਸੋਚ ਵਾਲਾ ਵੋਟਰ ਹੈ, ਤਾਂ ਦੂਸਰੇ ਪਾਸੇ ਉਸ ਦੇ ਵਿੱਚ ਅਜਿਹੇ ਵੋਟਰ ਵੀ ਹੋਣਗੇ ਜੋ ਕਿ ਉਸ ਤਰੀਕੇ ਦੇ ਨਾਲ ਸਥਿਤੀ ਨੂੰ ਨਹੀਂ ਦੇਖਦੇ। ਅੰਮ੍ਰਿਤਪਾਲ ਜਾਂ ਉਸਦੇ ਸਮਰਥਕਾਂ ਜਾਂ ਉਸ ਦੀ ਜਿਹੜੀ ਗਤੀਵਿਧੀਆਂ ਸਨ, ਉਸ ਤੋਂ ਪਰੇਸ਼ਾਨ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਵਰਗ ਸੀਗਾ। ਇਹ ਆਪਾਂ ਮੰਨ ਕੇ ਚੱਲੀਏ ਕਿ ਜੇ ਇੱਕ ਸੀਮਿਤ ਪੱਧਰ ਉੱਤੇ ਲੋਕ ਜਾਂ ਇਕੱਠ ਜਿਹੜਾ ਸੀ, ਜਾਂ ਇੱਕ ਲੋਕਾਂ ਦਾ ਜਿਹੜਾ ਸਪੋਰਟ ਬੇਸ ਸੀ ਅੰਮ੍ਰਿਤਪਾਲ ਜਾਂ ਉਸਦੇ ਸਮਰਥਕਾਂ ਦੇ ਨਾਲ ਸੀ, ਇੱਕ ਬਹੁਤ ਵੱਡਾ ਵੋਟ, ਜਿਹਨੂੰ ਕਿ ਨਾਟ ਵੋਟ ਬੈਂਕ ਕਹਾਂਗੇ, ਲੇਕਿਨ ਬੇਸ ਜਿਹੜਾ ਸੀ, ਜਨਤਕ ਆਧਾਰ ਜਿਹੜਾ ਸੀ, ਉਹ ਅੰਮ੍ਰਿਤਪਾਲ ਦੀ ਗਤੀਵਿਧੀਆਂ ਨੂੰ ਪੰਜਾਬ ਦੇ ਹਿੱਤ ਵਿੱਚ ਨਹੀਂ ਸੀ ਮੰਨਦਾ। ਸੋ ਅਜਿਹੇ ਲੋਕ ਅੱਜ ਬੇਸ਼ੱਕ ਉਹ ਸਮਝ ਰਹੇ ਹੈਗੇ ਨੇ ਕਿ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਓਵਰ ਡਰਾਈਵ ਦੇ ਉੱਤੇ ਜਾ ਕੇ ਤਸ਼ੱਦਦ ਹੋ ਰਹੀ ਹੈ ਜਾਂ ਵਧੀਕੀਆਂ ਵੀ ਕੀਤੀਆਂ ਗਈਆਂ ਨੇ, ਇਹ ਚੀਜ਼ਾਂ ਨੂੰ ਲੋਕ ਸਮਝਦੇ ਨੇ। ਲੇਕਿਨ ਸ਼ਾਇਦ ਉਹ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਲੈਸਰ ਈਵਲ ਕਿਹੜਾ ਹੈਗਾ। ਇਸ ਸਥਿਤੀ ਦੇ ਵਿੱਚ ਲੱਗ ਰਿਹਾ ਸੀ ਕਿ ਜੇ ਅੰਮ੍ਰਿਤਪਾਲ ਜਾਂ ਉਸ ਦੀ ਗਤੀਵਿਧੀਆਂ ਕੰਟੀਨਿਊ ਰਹਿੰਦੀਆਂ, ਪੰਜਾਬ ਨੂੰ ਜ਼ਿਆਦਾ ਲੌਂਗ ਟਰਮ ਜਾਂ ਸ਼ਾਰਟ ਟਰਮ ਦੇ ਵਿੱਚ ਨੁਕਸਾਨ ਜ਼ਿਆਦਾ ਪੰਜਾਬ ਨੇ ਭੁਗਤਣਾ ਸੀ। ਸੋ ਅਜਿਹੇ ਲੋਕ ਵੀ ਅੱਜ ਚੁੱਪ ਕਰਕੇ ਬੈਠੇ ਨੇ। ਉਹ ਵੀ ਜਿਹੜੀ ਸਰਕਾਰ ਦੀ ਓਵਰ ਡਰਾਈਵ ਦੇ ਵਿੱਚ ਕਿਤੇ ਨਾ ਕਿਤੇ, ਜਿਹਨੂੰ ਕਹਿੰਦੇ ਕਿ ਪੈਸਿਵ ਤਰੀਕੇ ਦੇ ਨਾਲ ਆਪਣੀ ਸਹਿਮਤੀ ਜਤਾ ਦਿੰਦੇ ਕਿ ਚਲੋ ਠੀਕ ਹੈ, ਜੋ ਹੋਇਆ ਸੋ ਹੋਇਆ, ਇਹ ਗਤੀਵਿਧੀਆਂ ਉੱਤੇ ਨੱਥ ਲੱਗਣੀ ਜ਼ਰੂਰੀ ਸੀ। ਥੋੜ੍ਹੀ ਬਹੁਤ ਸਖਤੀ ਤਾਂ ਸਰਕਾਰਾਂ ਨੂੰ ਕਰਨੀ ਪੈਂਦੀ ਹੈ, ਤੇ ਜੇ ਹੋਊਗੀ ਤਾਂ ਕੀ ਹੋਇਆ। ਲੇਕਿਨ ਇਸ ਦੀਆਂ ਓਵਰਟੋਨਸ ਬਹੁਤ ਗੰਭੀਰ ਨੇ। ਆਪਾਂ ਇਸ ਤਰੀਕੇ ਦੀ ਜਿਹੜੀ ਦਬਿਸ਼ ਹੈ, ਉਸ ਨੂੰ ਨਾਰਮਲੀ ਨਹੀਂ ਲੈ ਸਕਦੇ। ਸੋ ਅੰਮ੍ਰਿਤਪਾਲ ਤੇ ਉਸਦੇ ਸਮਰਥਕਾਂ ਦੇ ਖਿਲਾਫ ਕਾਰਵਾਈ ਤੇ ਉਸ ਦੀ ਆੜ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕ ਅਜਿਹਾ ਮਾਹੌਲ ਕ੍ਰੀਏਟ ਕਰਨਾ, ਇਹ ਦੋਵਾਂ ਚੀਜ਼ਾਂ ਦੇ ਵਿੱਚ ਫਰਕ ਹੈ। ਸਰਕਾਰ ਨੇ ਇਸ ਤਰੀਕੇ ਨੂੰ ਇਸ ਪੂਰੀ ਸਥਿਤੀ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕੀਤਾ ਹੈ, ਗੰਭੀਰਤਾ ਤਾਂ ਉਹਨਾਂ ਦੇ ਵਿੱਚ ਸੀ, ਲੇਕਿਨ ਕੀ ਜ਼ਰੂਰਤ ਨਾਲੋਂ ਜ਼ਿਆਦਾ ਸਖਤੀ ਉਹਨਾਂ ਨੇ ਕੀਤੀ ਹੈ, ਇਹਨਾਂ ਚੀਜ਼ਾਂ ਦੇ ਉੱਤੇ ਹੀ ਇਹ ਵਿਚਾਰ ਚਰਚਾਵਾਂ ਹੋਈਆਂ ਨੇ। ਤੇ ਤਾਂ ਹੀ ਇਹ ਜਿਹੜੇ ਇਤਰਾਜ਼ ਹੈਗੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜ਼ਾਹਰ ਕੀਤੇ ਗਏ ਨੇ। ਕੱਲੀ ਗੱਲ ਅੰਮ੍ਰਿਤਪਾਲ ਤੇ ਸਮਰਥਕਾਂ ਦੀ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਪੱਧਰ ਉੱਤੇ ਪੰਥਕ ਮੋਬਿਲਾਈਜੇਸ਼ਨ ਵੀ ਹੋਣੀ ਸੀ। ਲੇਕਿਨ ਅੱਜ ਸਿਰਫ ਪੰਥਕ ਮੋਬਿਲਾਈਜੇਸ਼ਨ ਨਹੀਂ, ਬਲਕਿ ਸਿਵਲ ਲਿਬਰਟੀਜ਼ ਦੇ ਨਾਲ ਜੁੜੇ ਹੋਏ ਲੋਕ ਵੀ ਇਸ ਚੀਜ਼ ਨੂੰ ਲੈ ਕੇ ਚਿੰਤਿਤ ਹੈ ਕਿ ਪੰਜਾਬ ਦੇ ਵਿੱਚ ਜੋ ਕੁਝ ਪਿਛਲੇ 1.5 ਹਫ਼ਤੇ ਵਿੱਚ ਹੋਇਆ, ਉਹ ਕਿੰਨਾ ਕੁ ਵੈਲਿਡ, ਕਿੰਨਾ ਕੁ ਜਸਟੀਫਾਈਡ ਤੇ ਕਿੰਨਾ ਕੁ ਤਰਕਸੰਗਤ ਸੀ, ਜਾਂ ਕਿੰਨਾ ਕੁ ਨਿਆਇਕ ਵਿਵਸਥਾ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਹਿਮਾਇਤ ਜਾਂ ਉਹਨਾਂ ਦੇ ਹੱਕ ਦੇ ਵਿੱਚ ਸੀ। ਜੀ, ਤਾਂ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਆਪਣੇ ਵਿਚਾਰ ਸਾਂਝੇ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।